ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਵੇਂ ਜੁਗ ਆਦਿ ਉਰੇ ਨਵੇਂ, ਸਤਿਗੁਰੇ ਨਵੇਂ ਸ੍ਰੀ ਗੁਰਦੇਵੇ ਨਵੇਂ। ਆਪਾਂ ਸਾਰੇ ਮਿਲ ਕੇ ਭਾਈ ਇਹ ਸਤਿਗੁਰਾਂ ਦੀ ਰਹਿਮਤ ਲੈਣੀ ਹੈ। ਸਾਨੂੰ ਸਤਿਗੁਰ ਸੁੱਖਾਂ ਦਾ ਖਜ਼ਾਨਾ ਦਿੰਦੇ ਨੇ। ਆਤਮਾ ਕਰਕੇ ਸੁੱਖ ਹੋਣਾ ਹੈ, ਸਰੀਰ ਕਰਕੇ ਵੀ ਉਹ ਨਹੀਂ ਦਿੱਤੇ ਨੇ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਇਹ ਮਨੁੱਖਾਂ ਦੇ ਹੀ ਦਿੱਤੀ ਆ ਉਹਨੇ। ਦੀ ਭਗਤੀ ਕਰਨੀ ਹੈ। 84 ਲੱਖ ਦਾ ਗੇੜਾ ਕੱਟ ਕੇ ਜੀਵਾਤਮਾ ਆਈ ਹੈ। ਹੁਣ ਆਪਦੇ ਨੇ ਘਰ ਪਹੁੰਚਣਾ। ਪਿੱਛੇ ਤੋਂ ਜਿੰਨੀਆਂ ਵੀ ਅਸੀਂ ਮੱਤਾਂ ਦੇਖਦੇ ਹਾਂ, ਅਸੀਂ ਵੀ ਕਰਦੇ ਹੀ ਆਏ ਹਾਂ। ਜੀਵਾਤਮਾ ਥੱਲਿਓਂ ਪੌੜੀ ਚੜ੍ਹਦੀ ਆਈ ਹੈ। ਇਹ ਲਾਸਟ ਪੌੜੀ ਆ। ਪਰ ਉਹ ਜਿੰਨੀਆਂ ਮੱਤਾਂ ਸਾਰੀਆਂ ਸਰੀਰ ਕਰਕੇ, ਜਿਨ੍ਹਾਂ ਦੇ ਵਿੱਚੋਂ ਹੰਕਾਰ ਪੈਦਾ ਹੋਇਆ ਔਰ ਕੁਦਰਤ ਤੋਂ ਭਾਵ ਹੁਕਮ ਤੋਂ, ਹਰ ਤੋਂ ਭਾਵ ਆਪਦੇ ਮੂਲ ਤੋਂ ਆਤਮਾ ਕੁਰਾਹੀ ਪਈ ਰਹੀ ਔਰ ਜੰਮਣ ਮਰਨ 'ਚ ਰਹੀ। ਹੁਣ ਆਤਮਾ ਨੇ ਪ੍ਰਾਤਮਾ ਦਾ ਦਰਸ਼ਨ ਕਰਨਾ ਹੈ, ਸੱਚਖੰਡ ਪਹੁੰਚਣਾ ਹੈ। ਪਰ ਆਪਦੀ ਮੱਤ ਨਾਲ ਤਾਂ ਕੋਈ ਪਹੁੰਚ ਨਹੀਂ ਸਕਦਾ। ਜਿੰਨੇ ਵੀ ਆਪਦੀ ਮੱਤ ਨਾਲ ਲੱਗੇ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਾਲ ਆਇਆ, ਕੋਈ ਸਿਆਣਪ ਨਹੀਂ ਚੱਲਦੀ ਭਾਈ। ਆਪਾਂ ਕੀ ਕਰਨਾ ਹੈ? ਆਪਾਂ ਗੁਰ ਕੀ ਮੱਤ ਲੈਣੀ ਹੈ। ਗੁਰ ਕੀ ਮੱਤ ਤੂੰ ਲਿਹੋ ਆਣੇ, ਭਗਤੀ ਬਿਨਾ ਵੈ ਡੋਬੇ ਸਿਆਣੇ। ਅੱਗੇ ਆਪਾਂ ਨੂੰ ਆ ਜਾਣਾ ਹੈ। ਆਪਾਂ ਸਤਿਗੁਰਾਂ ਦੀ ਰਹਿਮਤ ਲੈਣ ਲੱਗੇ ਹਾਂ। ਇਸ ਸ਼ਲੋਕ ਨੂੰ ਆਪਾਂ ਚੰਗੀ ਤਰ੍ਹਾਂ ਵਿਚਾਰਨਾ ਕਿ ਪਿੱਛੇ ਦੇ ਜਿੰਨੀਆਂ ਵੀ ਮੱਤਾਂ ਆਈਆਂ ਨੇ, ਆਪਾਂ ਕਰਦੇ ਰਹੇ ਹਾਂ, ਸੰਸਾਰ ਕਰਦਾ ਰਹੂਗਾ। ਉਹਨਾਂ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਵਿਧੀਆਂ, ਅਨੇਕਾਂ ਤਰ੍ਹਾਂ ਦੇ ਯੋਗ, ਘਰ-ਬਾਰ ਛੱਡ ਕੇ ਚਲੇ ਜਾਣਾ, ਉਹ ਵੀ ਆਪਾਂ ਨੂੰ ਅੱਗੇ ਆ ਜਾਣਾ। ਸਾਰਾ ਕੁਛ ਹੀ ਸੁਖਮਨੀ ਸਾਹਿਬ ਦੇ ਵਿੱਚ ਪਾਇਆ ਦਾਤੇ ਨੇ। ਆਪਾਂ ਇਹਨੂੰ ਸਮਝਣਾ ਵਾ। ਉਹ ਚੋਂ ਕੀ ਪੈਦਾ ਹੋਇਆ? ਹੰਕਾਰ। ਅਨਕ ਤਪੱਸਿਆ ਕਰੇ ਹੰਕਾਰ। ਆਪਾਂ ਇੱਥੋਂ ਰਹਿਮਤ ਲੈਣੀ ਹੈ, ਗੁਰ ਸ਼ਬਦ ਦੀ ਕਮਾਈ ਕਰਨੀ ਹੈ, ਬਾਣੀ ਨੂੰ ਸੱਤ ਕਰਕੇ ਮੰਨਣਾ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਕਰਤਾ ਮੁਖੋਂ ਆਪ ਕਢਾਵੇ। ਇਹ ਕਰਤੇ ਪੁਰਖ ਦੀ ਬਾਣੀ ਹੈ। ਬਾਣੀ ਗੁਣਾਂ ਦੀ ਵਿਆਖਿਆ ਕਰਦੀ ਹੈ। ਅਰਬਾਂ ਖਰਬਾਂ ਸਾਲ ਬਾਅਦ ਕਿਤੇ ਆਤਮਾ ਨੇ ਪ੍ਰਾਤਮਾ ਦਾ ਆਪਦੇ ਮੂਲ ਦਾ ਦਰਸ਼ਨ ਕਰਨਾ ਹੈ। ਆਪਾਂ ਨੂੰ ਚੰਗੀ ਤਰ੍ਹਾਂ ਵਿਚਾਰਨਾ ਵਾ। ਇਹ ਸ਼ਲੋਕ ਇਹ 24 ਅਸ਼ਟਪਦੀਆਂ ਦਾ ਸਾਰ ਹੈ। ਕਿਵੇਂ ਕਿਵੇਂ ਆਪਾਂ ਇਹ ਕਮਾਈ ਕਰਨੀ ਹੈ, ਇਹ ਸਤਿਗੁਰਾਂ ਨੇ ਆਪਾਂ ਨੂੰ ਸਮਝਾਉਣਾ ਹੈ। ਆਪਾਂ ਪਿੱਛੇ ਪਿੱਛੇ ਚੱਲਣਾ। ਕਿਵੇਂ ਚੱਲਣਾ? ਆਪਾਂ ਨਦੀਆਂ ਪਵਹਿ ਸਮੁੰਦ ਨਾ ਜਾਣੀਏ। ਨਦੀਆਂ ਨਾਲੇ ਨਹੀਂ ਜਾਣਦੇ, ਮਲੀਨ ਨੇ, ਪਰ ਇੱਕ ਦਿਨ ਸਮੁੰਦਰ 'ਚ ਜਾ ਕੇ ਸਮੁੰਦਰ ਦਾ ਰੂਪ ਹੋ ਜਾਂਦੇ ਨੇ। ਇਸੇ ਤਰ੍ਹਾਂ ਆਪਾਂ ਗੁਰ ਸ਼ਬਦ ਦੀ ਕਮਾਈ ਕਰਕੇ
ਬਾਣੀ ਨੂੰ ਸੁਣ ਕੇ, ਵਿਚਾਰ ਕੇ, ਗੁਰੂ ਤੋਂ ਪੜ੍ਹ ਕੇ ਫਿਰ ਇਹ ਪ੍ਰਾਪਤੀ ਕਰਨੀ ਆ। ਇਹ ਪ੍ਰਾਪਤੀ ਆਪਾਂ ਨੂੰ ਤਾਂ ਹੋਊਗੀ ਜੇ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਹੁਣ ਆਪਾਂ ਵਿਚਾਰੀਏ, ਆਪਣਾ ਰਾਗ ਕੀ ਆ? ਇੱਕ ਓਂਕਾਰ ਸਤਿਗੁਰ ਪ੍ਰਸਾਦ। ਬਾਣੀ 'ਚੋਂ ਹੀ ਉਪਦੇਸ਼ ਲਈਏ ਆਪਾਂ। ਸਤਿਗੁਰ ਸਮਝਾਉਂਦੇ ਆ, ਭਾਈ ਐ ਯੁੱਗ ਮੇ ਏਕੇ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ ਜੀਵ। ਇਹਦਾ ਜੰਮਣ ਮਰਨ ਦਾ ਹੁਣ ਛੁਟਕਾਰਾ ਹੋਣਾ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਇੱਥੋਂ ਹੁਣ ਆਪਾਂ ਸ਼ਲੋਕ ਦੀ ਵਿਚਾਰ ਸ਼ੁਰੂ ਕਰਨੀ ਹੈ। ਗੁਰੂ ਔਰ ਗੁਰ ਕੀ ਹੈ, ਇਹ ਆਪਾਂ ਨੂੰ ਕਿਵੇਂ ਪ੍ਰਾਪਤੀ ਹੋਊ? ਪਹਿਲਾਂ ਆਪਾਂ ਨੂੰ ਕੀ ਪ੍ਰਾਪਤੀ ਹੋਊ? ਕਿਉਂਕਿ ਪਿਛਲੀਆਂ ਮੱਤਾਂ ਜਿੰਨੀਆਂ ਵੀ ਨੇ ਉਹ ਕੁਦਰਤ ਨੂੰ, ਭਾਵ ਪਰਮਾਤਮਾ ਨੂੰ, ਗੋਡ ਨੂੰ, ਅੱਲਾ ਨੂੰ ਸਾਖਸ਼ਾਤ ਦਰਸ਼ਨ ਮੰਨਦੀਆਂ ਨੇ, ਪ੍ਰਤੱਖ ਹੋ ਕੇ ਸਾਹਮਣੇ। ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਭਾਈ। ਇਹ ਨਿਰਾਕਾਰ ਦੁਨੀਆ ਦਾ ਵਿਸ਼ਾ ਹੈ। ਨਿਰਾਕਾਰ ਤੋਂ ਭਾਵ ਆਕਾਰ ਤੋਂ ਰਹਿਤ। ਇਹ ਯੁੱਗ ਮੇ ਏਕੇ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ ਜੀਵ, ਇੱਕ ਹੋਣ ਆਇਆ। ਬਾਣੀ ਇੱਕ ਦਾ ਗਿਆਨ ਕਰਾਉਂਦੀ ਹੈ ਕਿ ਕਿਵੇਂ ਹੋਣਾ ਆਪਾਂ। ਇੱਥੋਂ ਆਪਾਂ ਲੈਂਦੇ ਹਾਂ, ਆਦਿ ਗੁਰਹਿ ਨਮੇ। ਸਭ ਤੋਂ ਪਹਿਲਾਂ ਆਪਣਾ ਕਿਹਦੇ ਨਾਲ ਵਾਹ ਪਊ? ਕਾਹਦੀ ਪ੍ਰਾਪਤੀ ਆਪਾਂ ਨੂੰ ਹੋਊ? ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਨੇ ਦਰਸ਼ਨ ਕਰਨੇ ਅੱਖਰਾਂ ਦਾ, ਬਾਣੀ ਦਾ। ਅੱਖਰੀਂ ਲਿਖਣ ਬੋਲਣ ਬਾਣ। ਲਿਖਣ ਕਰਕੇ ਅੱਖਰ, ਬੋਲਣ ਕਰਕੇ ਇਹਦਾ ਰੂਪ ਬਾਣੀ ਬਣ ਜਾਂਦਾ ਹੈ। ਅੱਖਰਾਂ ਸਿਰ ਸੰਜੋਗ ਬਖਾਣ। ਫਿਰ ਇਹ ਆਤਮਾ ਨੇ ਪ੍ਰਾਤਮਾ 'ਚ ਲੈ ਹੋਣਾ, ਇਹਦਾ ਮਿਲਾਪ ਹੋਣਾ ਵਾ। ਹੁਣ ਆਪਾਂ ਵਿਚਾਰ ਸ਼ੁਰੂ ਕਰੀਏ। ਆਦਿ ਗੁਰਹਿ ਨਮੇ। ਗੁਰ ਹਮੇਸ਼ਾ ਹੀ ਸਾਡੇ ਨਾਲ ਰਹਿੰਦਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਸਭ ਤੋਂ ਪਹਿਲਾਂ ਆਪਾਂ ਨੂੰ ਗੁਰ ਤੋਂ ਭਾਵ ਬਾਣੀ ਦਾ ਗਿਆਨ ਹੋਣਾ ਹੈ, ਗੁਰਦੇਵ ਦਾ ਗਿਆਨ ਹੋਣਾ ਹੈ, ਸਤਿਗੁਰ ਦਾ ਗਿਆਨ ਹੋਣਾ ਹੈ, ਸੱਚ ਦਾ। ਫਿਰ ਸਾਨੂੰ ਦਰਸ਼ਨ ਹੋਣਾ ਹੈ ਗੁਰ ਦਾ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਪਰ ਰਵਿਦਾਸ ਜੀ ਦਾ ਸ਼ਬਦ ਲਈਏ, ਜਿਨ ਜੀਓ ਦੀਆ ਪਿੰਡ ਰਿਚ ਘਬਰਾਵੇ, ਸਭ ਘਟ ਭੀਤਰ ਹਾਟ ਚਲਾਵੇ। ਜਿਹਦੀ ਕਿਰਪਾ ਨਾਲ ਸਾਡਾ ਹਾਟ, ਸਾਡਾ ਸਾਹ ਚੱਲ ਰਿਹਾ ਵਾ, ਇਹ ਸਾਰਾ ਕੁਛ ਉਹਦਾ ਹੀ ਹੈ। ਆਦਿ ਗੁਰਹਿ ਨਮੇ। ਗੁਰ ਤੋਂ ਭਾਵ ਗਿਆਨ। ਗੁਰ ਸ਼ਬਦ 'ਚੋਂ ਆਪਾਂ ਨੂੰ ਗਿਆਨ ਹੋਣਾ ਹੈ, ਫਿਰ ਆਪਾਂ ਨੂੰ ਗੁਰਦੇਵ ਦਾ ਦਰਸ਼ਨ ਹੋਣਾ ਹੈ, ਜਿਹਨੂੰ ਬਾਣੀ ਵਿੱਚ ਸਤਿਗੁਰ ਕਿਹਾ ਹੈ, ਆਦਿ ਗੁਰੇ ਕਿਹਾ ਹੈ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਆਸਾ ਦੀ ਵਾਰ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ। ਗੁਰ ਸ਼ਬਦ ਦਾ ਗਿਆਨ ਇਹੋ ਜਿਹਾ ਹੈ, ਮਨੁੱਖ ਕਿੰਨਾ ਵੀ ਬੁਰਾ ਹੋਵੇ, ਗੁਰ ਸ਼ਬਦ ਦੇ ਗਿਆਨ 'ਚ ਇੰਨੀ ਪਾਵਰ ਹੈ, ਇਹਦੀਆਂ ਬੁਰਾਈਆਂ ਦੂਰ ਕਰਕੇ ਮਨੁੱਖ ਨੂੰ ਦੇਵਤਾ ਬਣਾ ਦਿੰਦਾ ਵਾ। ਜੇ ਸੋ ਚੰਦਾ ਉਗਵੇ ਸੂਰ ਚੜੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਆਧਾਰ। ਫਿਰ ਇਹੀ ਆਪਾਂ ਲਈਏ ਗੁਰ। ਆਦਿ ਗੁਰਹਿ ਨਮੇ ਤੋਂ ਭਾਵ ਫਿਰ ਗੁਰ ਆ ਗਿਆ। ਸੰਸਾਰ 'ਚ ਕਿੱਡੇ ਵੱਡੇ ਵੀ ਉੱਚੇ ਰੁਤਬੇ ਵਾਲੇ, ਆਪਦੇ ਆਪ ਨੂੰ ਗੁਰੂ ਕਹਾਉਣ ਵਾਲੇ, ਸੂਰਜ ਰੂਪ, ਚੰਦਰਮਾ ਰੂਪ, ਉੱਥੇ ਚਾਨਣ ਨਹੀਂ ਕਰ ਸਕਦੇ ਜਿੱਥੇ ਗੁਰ ਸ਼ਬਦ ਦਾ ਗਿਆਨ ਚਾਨਣ ਕਰਦਾ, ਸਾਡੇ ਅੰਦਰ ਚਾਨਣ ਕਰਦਾ, ਮਨ ਦੇ ਵਿੱਚ ਕਰਦਾ। ਜੇ ਸੋ ਚੰਦਾ ਉਗਵੇ ਸੂਰ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਆਧਾਰ। ਆਸਾ ਦੀ ਵਾਰ ਦੀ ਦੂਜੀ ਪੌੜੀ। ਗੁਰ ਸ਼ਬਦ ਤੋਂ ਬਿਨਾਂ ਸਾਡੇ ਅੰਦਰ ਹਨੇਰਾ ਰਹਿੰਦਾ ਹੈ। ਹੁਣ ਆਪਾਂ ਇਹ ਰੂਪ ਨੂੰ ਜਾਣਿਆ। ਆਦਿ ਗੁਰਹਿ ਨਮੇ। ਸਭ ਤੋਂ ਪਹਿਲਾਂ ਸਾਨੂੰ ਗੁਰ ਸ਼ਬਦ ਦਾ ਗਿਆਨ ਹੋਊ, ਫਿਰ ਸਾਨੂੰ ਗੁਰੂ ਦਾ ਦਰਸ਼ਨ ਹੋਊ, ਜੋ ਸਾਡੇ ਅੰਦਰ ਆਤਮਾ ਅਤਰੀਵ ਦੁਨੀਆ, ਜਿਹਨੂੰ ਬਾਣੀ ਵਿੱਚ ਸੰਤ ਵੀ ਕਿਹਾ ਹੈ। ਰਾਮ ਸੰਤ ਏਕੋ। ਭਗਤ ਕਬੀਰ ਜੀ ਸਮਝਾਉਂਦੇ ਆ, ਰਾਮ ਸੰਤ ਹੈ ਏਕੋ, ਹਮਰਾ ਕਰਤਾ ਵੱਡੋ ਵਿਵੇਕੀ, ਆਪੇ ਸੰਤ ਕਹਾਏ। ਜੋ ਸੰਸਾਰੀ ਸੰਤ ਆਪਾਂ ਮੰਨਦੇ ਹਾਂ, ਉਹ ਸਾਡੀ ਅਗਿਆਨਤਾ ਵਾ। ਸਰੀਰ ਸੰਤ ਕਦੇ ਨਹੀਂ ਹੁੰਦਾ, ਨਾ ਸਰੀਰ ਸਤਿਗੁਰੂ ਹੁੰਦਾ ਹੈ। ਪਿੱਛੇ ਪ੍ਰਚਲਿਤ ਮੱਤਾਂ ਜੋ ਚੱਲਦੀਆਂ ਆਈਆਂ, ਅਸੀਂ ਕਰਦੇ ਆਏ ਹਾਂ, ਉਹ 'ਚੋਂ ਭਰਮ ਹੀ ਪੈਦਾ ਹੋਇਆ। ਹੁਣ ਭਰਮ ਕੇ ਪਰਦੇ ਸਤਿਗੁਰ ਖੋਲੇ। ਸੱਚ ਦੇ ਗਿਆਨ ਨਾਲ ਸਾਡੇ ਜਿਹੜੇ ਭਰਮ ਦੀ ਅਗਿਆਨਤਾ ਉਹ ਦੂਰ ਹੋਣੀ ਆ। ਉਹ ਕਿਵੇਂ ਹੋਊਗੀ? ਜਿਵੇਂ ਇੱਕ ਕਮਰੇ ਦੇ ਵਿੱਚ ਛੋਟਾ ਬਲਬ ਜਲਦਾ, ਅਸੀਂ ਅੰਸ਼ ਰੂਪ ਹੈ ਕੁਦਰਤ ਦੀ। ਕਹੋ ਕਬੀਰ ਤੂੰ ਰਾਮ ਕੀ ਅੰਸ਼,
ਉਹਦੇ ਵਿੱਚ ਵੱਡਾ ਬਲਬ ਜਲ ਜਾਵੇ ਤਾਂ ਛੋਟੇ ਬਲਬ ਦੀ ਲਾਈਟ ਗਾਇਬ ਹੋ ਜਾਂਦੀ। ਇਵੇਂ ਆਤਮਾ ਨੇ ਪ੍ਰਾਤਮਾ 'ਚ ਲੈ ਹੋਣਾ ਵਾ। ਗੁਰਬਾਣੀ ਜਗ ਮੇ ਚਾਨਣ ਕਰਮ ਵਸੇ ਮਨ ਆਏ। ਇਹ ਚਾਨਣ ਪ੍ਰਕਾਸ਼ ਰੂਪ ਹੈ। ਜੋ ਵੀ ਗੁਰਸਿੱਖ ਉਪਾਸਕ ਜਗਿਆਸੂ ਇਹ 'ਤੇ ਚੱਲੂਗਾ, ਉਹ 'ਤੇ ਕਿਰਪਾ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਕਿਰਪਾ ਕਰੇ ਤਾਂ ਆਪਣੀ ਤਾਂ ਗੁਰ ਕਾ ਸ਼ਬਦ ਕਮਾਇਆ। ਸਾਦੀ ਵਾਰ ਸਤਿਗੁਰਾਂ ਦੇ ਵਚਨ ਨੇ। ਇਹ ਕਿਰਪਾ ਰਹਿਮਤ ਆਪਾਂ ਲੈਣੀ ਹੈ, ਗੁਰ ਸ਼ਬਦ ਦੀ ਕਮਾਈ ਕਰਨੀ ਹੈ। ਸਾਨੂੰ ਫਿਰ ਦਰਸ਼ਨ ਹੋਣਾ ਹੈ। ਆਤਮਾ ਨੂੰ ਪ੍ਰਾਤਮਾ ਆਪਣੇ ਮੂਲ ਹਰ ਦਾ, ਹਰ ਬਿਸਰਤ ਸਦਾ ਖੁਆਰੀ, ਉਹੀ ਤਾਂ ਗੁਰ ਹੈ। ਅਸੀਂ ਬਾਹਰ ਲੱਭੀ ਜਾਂਦੇ ਹਾਂ ਸਾਰੇ। ਉਸ ਤੋਂ ਬਾਅਦ ਕਿਤੇ ਫਿਰ ਪਰਮੇਸ਼ਰ ਹੁਕਮ ਭਾਵ ਨਾਮ ਉਹ ਤੱਕ ਪਹੁੰਚਣਾ ਆਪਾਂ, ਉਹ ਬਾਅਦ 'ਚ ਅੱਗੇ ਆਪਾਂ ਕਰਾਂਗੇ। ਸਭ ਤੋਂ ਪਹਿਲਾਂ ਸਾਨੂੰ ਪ੍ਰਾਪਤੀ ਗੁਰ ਦੀ ਹੋਣੀ ਆ। ਆਦ ਗੁਰੇ ਨਵੇਂ, ਨਮਸਕਾਰ ਉਹਨੂੰ ਕਰਨੀ ਆਪਾਂ ਕਰਦੇ ਹਾਂ ਰੋਜ਼, ਪਰ ਸਾਨੂੰ ਗਿਆਨ ਨਹੀਂ ਹੈਗਾ, ਕਿਉਂਕਿ ਸਾਡੀ ਇੱਛਾ ਜਿਹੜੀਆਂ ਹੈਗੀਆਂ ਸਾਨੂੰ ਉੱਥੇ ਤੱਕ ਪਹੁੰਚਣ ਨਹੀਂ ਦਿੰਦੀਆਂ ਹੈਗੀਆਂ। ਜੁਗਾਦ ਗੁਰੇ ਨਵੇਂ, ਯੁੱਗ ਤੋਂ ਭਾਵ ਸਮਾਂ, ਇਹਦੇ ਵਿੱਚ ਵੀ ਬਹੁਤ ਭਰਮ ਪਾਇਆ ਗਿਆ। ਯੁੱਗ ਕੋਈ ਅਲੱਗ-ਅਲੱਗ ਨਹੀਂ ਸ਼ੁਰੂ ਹੁੰਦੇ, ਇਹ ਵੀ ਆਤਮਾ ਦੀ ਇੱਕ ਅਵਸਥਾ ਦਾ ਹੀ ਨਾਮ ਹੈ। ਸਤਯੁਗ 'ਚੋਂ ਜਦੋਂ ਆਤਮਾ ਟੁੱਟਦੀ ਹੈ ਹੁਕਮ ਨਾਲ, ਤ੍ਰੇਤਾ ਆ ਜਾਂਦਾ ਜੀ, ਜਿਹਨੂੰ ਤ੍ਰੇਤਾ ਕਿਹਾ ਬਾਣੀ ਵਿੱਚ। ਫਿਰ ਉਸ ਤੋਂ ਬਾਅਦ ਤ੍ਰੇਤੇ ਤੋਂ ਬਾਅਦ ਹੁਕਮ ਹੁੰਦਾ ਦੇਵਲੋਕ 'ਚੋਂ, ਜਿਹਨੂੰ ਬਾਣੀ ਵਿੱਚ ਦੇਵਲੋਕ ਕਿਹਾ। ਦੁਆਪਰ ਗਰਭ ਆ ਜਾਂਦਾ ਹੈ, ਉਹ ਵੀ ਅਵਸਥਾ ਦਾ ਹੀ ਨਾਮ ਹੈ। ਦੁਆਪਰ ਦੇ ਵਿੱਚ ਜੀਵ ਆਤਮਾ ਮਨੁੱਖੀ ਸਰੀਰ ਧਾਰਦੀ ਹੈ। ਇਹ ਸਰੀਰ ਲੈ ਕੇ ਬਾਹਰ ਆਉਂਦੀ ਹੈ, ਇਹਨੂੰ ਕਲਯੁੱਗ ਕਿਹਾ ਵਾ। ਇਹ ਜਿਵੇਂ ਜਿਵੇਂ ਆਈ ਹੈ ਉਵੇਂ ਇਹਨੇ ਵਾਪਸੀ ਜਾਣਾ ਵਾ। ਯੁੱਗ ਸ਼ੁਰੂ ਹੁੰਦੇ ਨੇ, ਭਾਵ ਸਮਾਂ ਸ਼ੁਰੂ ਹੋ ਜਾਂਦਾ ਹੈ ਕਿਹਦੇ ਨਾਲ? ਗੁਰ ਨਾਲ। ਜਦੋਂ ਹੁਕਮ ਸ੍ਰਿਸ਼ਟੀ ਸਾਜਦਾ ਹੈ, ਜੋ ਅੰਤਰਾਤਮਾ ਦੀ ਆਵਾਜ਼ ਹੈ, ਉਹਨੂੰ ਬਾਣੀ ਵਿੱਚ ਸਤਿਗੁਰ ਕਿਹਾ ਹੈ। ਸਤਿਗੁਰ ਮੇਰਾ ਸਦਾ ਸਦਾ ਉਹ ਆਵੇ ਨਾ ਜਾਈ, ਉਹ ਵਿਨਾਸੀ ਪੁਰਖ ਹੈ ਸਭ ਮੇਰੇ ਹੱਥ ਸਮਾਈ। ਸਭ ਤੋਂ ਪਹਿਲਾਂ ਆਪਾਂ ਨੂੰ ਗੁਰ ਸ਼ਬਦ ਦਾ ਗਿਆਨ ਹੋਣਾ ਹੈ, ਫਿਰ ਆਪਾਂ ਨੂੰ ਸਤਿਗੁਰ ਦਾ ਦਰਸ਼ਨ ਹੋਣਾ ਵਾ। ਯੁੱਗ ਸਮਾਂ ਸ਼ੁਰੂ ਹੋ ਜਾਂਦਾ ਹੈ ਜਦੋਂ ਹੁਕਮ ਨਾਲ ਜੀਵ ਆਤਮਾ ਜਨਮ ਲੈਂਦੀ ਹੈ ਸਰੀਰ ਕਰਕੇ। ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਜੀਵ ਮਾਇਆ ਨਾਲ ਜੁੜ ਜਾਂਦਾ ਹੈ। ਯੁੱਗ ਸ਼ੁਰੂ ਹੋ ਗਏ। ਸਤਿਗੁਰੇ ਨਵੇਂ, ਸਤਿਗੁਰ ਤੋਂ ਭਾਵ ਉਹੀ ਗੁਰ ਨੂੰ ਸਤਿਗੁਰ ਕਿਹਾ ਗਿਆ ਵਾ। ਉਹਦਾ ਆਪਾਂ ਨੂੰ ਦਰਸ਼ਨ ਹੋਣਾ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ। ਸਹਿਜ ਬਸਤਾ ਦੇਵ ਲੋਕ ਆਪਾਂ ਪਹੁੰਚਣਾ, ਫਿਰ ਆਪਾਂ ਨੂੰ ਸਤਿਗੁਰ ਦਾ ਦਰਸ਼ਨ ਹੋਣਾ। ਸ੍ਰੀ ਗੁਰਦੇਵੇ ਨਵੇਂ, ਸਾਰੀ ਦੁਨੀਆ ਦੇ ਵਿੱਚੋਂ, ਸਾਰੇ ਧਰਮ ਗ੍ਰੰਥਾਂ 'ਚੋਂ ਇਹ ਸ਼੍ਰੇਸ਼ਟ ਗਿਆਨ ਹੈ। ਸ੍ਰੀ ਤੋਂ ਭਾਵ ਸ਼੍ਰੇਸ਼ਟ ਗੁਰਦੇਵ ਦਾ ਗਿਆਨ ਹੈ। ਇਹ ਆਪਾਂ ਲੈਣਾ। ਨਵੇਂ ਤੋਂ ਭਾਵ ਇਹ ਸਿਰ ਮੱਥੇ ਮੰਨਣਾ ਹੈ। ਜਿਵੇਂ ਆਪਾਂ ਗੁਰੂ ਘਰ ਜਾ ਕੇ ਸਿਰ ਝੁਕਾਉਂਦੇ ਹਾਂ, ਇੱਥੇ ਮਨ ਬੁੱਧੀ ਨੇ ਸਿਰ ਝੁਕਾਉਣਾ, ਫਿਰ ਜਾ ਕੇ ਕਿਤੇ ਗੁਰੂ ਦਾ ਦਰਸ਼ਨ ਹੋਣਾ। ਉਦੋਂ ਬਾਅਦ ਆਪਾਂ ਨੂੰ, ਪਰ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪ੍ਰਾਪਤੀ ਹੋਣੀ ਹੈ ਗੁਰ ਦੀ। ਉਹ ਹਮੇਸ਼ਾ ਹੀ ਆਪਣੇ ਨਾਲ ਹੈ ਹਰ ਇੱਕ ਜੀਵ ਦੇ। ਉਹ ਹੁਕਮ ਦੇ ਅਨੁਸਾਰ 84 ਲੱਖ ਜੀਵ ਜੂਨੀਆਂ ਭੋਗ ਕੇ ਤਾਂ ਆਉਂਦਾ ਹੈ। ਹੁਣ ਇਹਨੇ ਸੱਚਖੰਡ ਪਹੁੰਚਣਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲ, ਹਮੇਸ਼ਾ ਹੀ ਉਹਦੇ ਕਰਕੇ ਤਾਂ ਸਾਡਾ ਜੀਵਨ ਹੈ। ਪਰ ਅਸੀਂ ਸਿੱਧਾ ਹੀ ਰੱਬ ਦਾ, ਅੱਲਾ ਦਾ, ਗੋਡ ਦਾ, ਹਰ ਦਾ ਦਰਸ਼ਨ ਭਾਲਦੇ ਹਾਂ, ਨਹੀਂ ਪਾਈ। ਪਹਿਲਾਂ ਸਾਨੂੰ ਗੁਰਦਰਸ਼ਨ ਹੋਣਾ ਹੈ। ਗੁਰਦਰਸ਼ਨ ਦੇਖ ਦੇਖ ਜੀਵਾਂ, ਫਿਰ ਇਹਦਾ ਜੀਵਨ ਸਦੀਵੀ ਹੋ ਜਾਂਦਾ ਹੈ। ਇਹਦੇ ਵਿੱਚ ਕਿਸੇ ਦੀ ਲੋੜ ਨਹੀਂ ਪੈਂਦੀ। ਇਹ ਡਾਇਰੈਕਟ ਖੁਦਾ ਦਾ ਜਾਂ ਅਕਾਲ ਪੁਰਖ ਕਹਿ ਲਈਏ, ਗੋਡ ਕਹਿ ਲਈਏ, ਹਰ ਕਹਿ ਲਈਏ, ਦਰਸ਼ਨ ਹੁੰਦਾ ਹੈ। ਪਰ ਸਭ ਤੋਂ ਪਹਿਲਾਂ ਸਾਨੂੰ ਗਿਆਨ ਹੁੰਦਾ ਹੈ। ਬਾਣੀ ਸਾਨੂੰ ਇੱਕ ਦਾ ਗਿਆਨ ਕਰਾਉਂਦੀ ਹੈ। ਇਹ ਜੀਵ ਇੱਕ ਹੁਣ ਆਇਆ, ਇਹ ਯੁੱਗ ਮੇ ਇੱਕੇ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ, ਮਾਇਆ ਨੇ ਮੋਹ ਲਿਆ। ਆਪਾਂ ਹੁਣ ਮਾਇਆ ਤੋਂ ਛੁਟਕਾਰਾ ਪਾਉਣਾ, ਆਪਦੀ ਮਤ ਨਾਲ ਤਾਂ ਪਾ ਨਹੀਂ ਸਕਦੇ ਭਾਈ। ਗੁਰ ਕੀ ਮਤ ਤੂੰ ਲਿਹੋ ਆਣੇ, ਭਗਤੀ ਬਣਾਵੇ ਡੁੱਬੇ ਸਿਆਣੇ। ਜਿਨ੍ਹਾਂ ਨੇ ਗੁਰੂ ਛੱਡਤਾ ਉਹ ਡੁੱਬ ਕੇ ਦੇਖਦੇ ਹਾਂ ਆਪਾਂ। ਇੰਨਾ ਗਿਆਨ ਤਾਂ ਆਪਾਂ ਨੂੰ ਹੁੰਦਾ ਹੀ ਆ, ਪਰ ਆਪਾਂ ਆਪਦੀ ਮਤ ਨਾਲ ਨਹੀਂ ਸੁੱਟ ਸਕਦੇ। ਕਿਉਂ? ਸਤਿਗੁਰ ਸਮਝਾਉਂਦੇ ਨੇ, ਮਨ ਰੇ ਹਉਮੈ ਮੋਹ ਦੁੱਖ ਭਾਰੀ, ਇਹ ਭਉਜਲ ਜਗਤ ਨਾ ਜਾਈ ਤਰਨਾ, ਗੁਰਮੁਖ ਤਰ ਹਰ ਤਾਰੀ। ਇਹ ਗੁਰ ਕੀ ਮਤ ਲੈ ਕੇ ਆਪਾਂ ਹਰ ਦਾ ਗਿਆਨ ਲੈਣਾ ਹੈ। ਪਹਿਲਾਂ ਸਾਨੂੰ ਹਰ ਦਾ ਗਿਆਨ ਆਉਣਾ। ਇਹ ਬਾਣੀ ਹਰ ਕਥਾ ਹੈ, ਹਰ ਦਰਸ਼ਨ ਹੈ, ਉਹੀ ਤਾਂ ਹਰ ਹੈ। ਉਸ ਤੋਂ ਬਾਅਦ ਫਿਰ ਸਾਡੀ ਭਗਤੀ ਨਾਮ ਦੀ ਸ਼ੁਰੂ ਹੁੰਦੀ ਹੈ। ਜਦੋਂ
ਜੀਵ ਆਤਮਾ ਇੱਕ ਹੋ ਜਾਂਦੀ ਹੈ। ਦੋਏ ਕਰ ਜੋੜ ਕਰੋ ਅਰਦਾਸ, ਫਿਰ ਸਾਡਾ ਇਹ ਕਾਰਜ ਜਿਹੜਾ ਹੈਗਾ ਸੰਸਾਰ ਤੇ ਆਉਣਾ ਸਫਲ ਹੋਣਾ ਵਾ। ਆਪਾਂ ਦੁਬਾਰਾ ਫਿਰ ਇਹਨੂੰ ਸਮਝ ਲਈਏ। ਆਦਿ ਗੁਰੇ ਨਵੇਂ ਭਾਵ ਜੋ ਸਾਡੀ ਅੰਤਰੀਵ ਦੁਨੀਆ ਹਰ ਵੈ ਹਰ ਬਿਸਰ ਤੇਰੇ ਗੁਣ ਗਲਿਆ, ਜਿੱਥੋਂ ਆਤਮਾ ਵਿਛੜ ਗਈ ਹੈ ਉਹਨੂੰ ਨਮਸਕਾਰ ਹੈ। ਜੁਗਾਦ ਗੁਰੇ ਨਵੇਂ ਸਾਡਾ ਜੀਵਨ ਚੱਲ ਰਿਹਾ, ਮੋਹੇ ਨਾ ਵਿਸਾਰੋ ਜੀ ਕੇ ਜੀਵਨ, ਉਹਦੀ ਕਿਰਪਾ ਨਾਲ ਸਾਡਾ ਜੀਵਨ ਚੱਲ ਰਿਹਾ। ਆਪਾਂ ਸਰੀਰ 'ਚ ਰਹਿੰਦਿਆਂ ਹੀ ਇਹ ਪ੍ਰਾਪਤੀ ਕਰਨੀ ਹੈ ਭਾਈ। ਆਪਦੇ ਘਰ ਪਹੁੰਚਣਾ, ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ। ਉਹ ਗੁਰਸਿੱਖ ਉਪਾਸਕ ਜਗਿਆਸੂ ਜਿਹੜੇ ਚੱਲਣਗੇ ਇਸ ਰਾਹ 'ਤੇ, ਉਹ 'ਤੇ ਕਿਰਪਾ ਹੋਊਗੀ। ਜੋ ਜੋ ਜਪੇ ਤਿਸ ਕੀ ਗਤ ਹੋਏ, ਗਤੀ ਹੋਣੀ ਹੈ ਭਾਈ। ਇਹਦੀ ਗਤੀ ਆਤਮਾ ਦੀ ਹੋਣੀ, ਆਪਾਂ ਸਰੀਰ ਦੀ ਕਰੀ ਜਾਂਦੇ, ਸਾਰੇ ਧਰਮ ਕਰੀ ਜਾਂਦੇ ਨੇ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਸਤਿਗੁਰ ਸਾਨੂੰ ਕੀ ਸਮਝਾਉਣਾ ਚਾਹੁੰਦੇ। ਆਦਿ ਗੁਰੇ ਨਵੇਂ ਉਹਨੂੰ ਨਮਸਕਾਰ ਹੈ। ਜੁਗਾਦ ਗੁਰੇ ਨਵੇਂ ਉਹਦੀ ਕਿਰਪਾ ਨਾਲ ਸਾਡਾ ਜੀਵਨ ਚੱਲ ਰਿਹਾ, ਸਮਾਂ ਸ਼ੁਰੂ ਹੋ ਗਿਆ। ਸਤਿਗੁਰੇ ਨਵੇਂ ਸਤਿਗੁਰ ਦੀ ਪ੍ਰਾਪਤੀ ਕਰਨੀ ਹੈ, ਉਹਨੂੰ ਨਮਸਕਾਰ ਹੈ। ਸ੍ਰੀ ਗੁਰਦੇਵ ਨਵੇਂ ਸ੍ਰੇਸ਼ਟ ਗਿਆਨ ਹੈ ਗੁਰਦੇਵ ਬਾਣੀ, ਇਹਨੂੰ ਸਤ ਕਰਕੇ ਮੰਨਣਾ ਵਾ। ਇੱਥੋਂ ਹੁਣ ਅਸ਼ਟਪਦੀ ਸ਼ੁਰੂ ਹੋਣੀ ਆ, ਭਾਵ 8 ਪਦੇ ਆਉਣੇ ਆ। ਆਪਾਂ ਕੱਲਾ ਕੱਲਾ ਜਿਹੜਾ ਇਹਨੂੰ ਵਿਚਾਰਨਾ ਵਾ, ਜਿਵੇਂ ਜਿਵੇਂ ਸਤਿਗੁਰ ਆਪਾਂ ਨੂੰ ਸਮਝਾ ਰਹੇ ਆ ਉਵੇਂ ਉਵੇਂ ਆਪਾਂ ਚੱਲਣਾ। ਅਸ਼ਟਪਦੀ। ਸਿਮਰੂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਬਰ ਕੇ, ਨਾਮ ਜਪਤ ਅਗਨਤ ਅਨੇਕੇ। ਵੇਦ ਪੁਰਾਨ ਸਿਮਰਤ ਸੁਦਾਖਰ, ਕੀਨੇ ਰਾਮ ਨਾਮ ਇੱਕ ਆਖਰ। ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੇ ਦਰਸ ਤੁਹਾਰੋ, ਨਾਨਕ ਹੁਨ ਸੰਗ ਮੋਹੇ ਉਧਾਰੋ। ਇੱਕ ਪਦਾ ਹੋ ਗਿਆ ਪੂਰਾ ਭਾਈ। ਇੱਥੇ ਆਪਾਂ ਹੁਣ ਇੱਕ ਪਦੇ ਦੀ ਆਪਾਂ ਵਿਚਾਰ ਕਰਨੀ ਹੈ। ਸਤਿਗੁਰ ਆਪਾਂ ਨੂੰ ਕੀ ਸਮਝਾਉਣਾ ਚਾਹੁੰਦੇ ਆ, ਕਿਵੇਂ ਆਪਣੇ ਦੁੱਖਾਂ ਦਾ ਛੁਟਕਾਰਾ ਹੋਵੇ, ਕਿਵੇਂ ਇਹ ਜੀਵ ਆਪਦੇ ਘਰ ਪਹੁੰਚੇ, ਇਹਦਾ ਜੰਮਣ ਮਰਨ ਦਾ ਗੇੜ ਕਿਵੇਂ ਮੁੱਕੇ। ਸਤਿਗੁਰ ਸਮਝਾਉਂਦੇ ਆ ਭਾਈ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਤਿਗੁਰ ਤਾਂ ਐਂ ਸਮਝਾਉਂਦੇ ਆ ਭਾਈ, ਸੁੱਖਾਂ ਦੀ ਪ੍ਰਾਪਤੀ ਕਰੋ। ਪਰ ਅਸੀਂ ਤਾਂ ਸੁਖਮਨੀ ਸਾਹਿਬ ਅਨੇਕਾਂ ਵਾਰ ਕਰਦੇ ਹਾਂ, ਪਰ ਅਸੀਂ ਉਹ ਆਪਦੀ ਮੱਤ ਨਾਲ ਕਰਦੇ ਹਾਂ। ਅਨੇਕਾਂ ਹੀ ਧਰਮ ਨੇ, ਅਨੇਕਾਂ ਹੀ ਜਪ ਨੇ, ਆਪਣੇ ਕੀ ਵੱਖਰਾ ਵਾ ਅਸੰਖ ਜਪ। ਆਪਾਂ ਸਮਝਣਾ ਵਾ ਸਾਰੇ ਜਪਾਂ ਦੇ ਵਿੱਚੋਂ ਆਪਣਾ ਕੀ ਹੈ। ਇਹ ਆਪਾਂ ਕੰਮਕਾਰ ਕਰਦੇ ਹੋਏ ਵੀ ਕਰ ਸਕਦੇ ਹਾਂ। ਹਾਥ ਪਾਉ ਕਾਮ ਕਰ ਸਭ ਜੀਤ ਨਿਰੰਜਨ ਨਾਲ। ਪਰ ਜੇ ਆਪਾਂ ਗੁਰੂ ਕੀ ਮੱਤ ਲਵਾਂਗੇ, ਫੇਰ ਹੀ ਆਪਾਂ ਨੂੰ ਪ੍ਰਾਪਤੀ ਹੋਣੀ ਹੈ, ਫੇਰ ਹੀ ਆਪਣੇ ਕਲੇਸ਼ਾਂ ਦਾ ਛੁਟਕਾਰਾ ਹੋਣਾ ਵਾ। ਜਿਵੇਂ ਸਤਿਗੁਰ ਸਮਝਾਉਂਦੇ ਆ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਾਡੇ ਅੰਦਰ ਕਲੇਸ਼ ਨੇ। ਕਾਹਦਾ ਕਲੇਸ਼ ਹੈ ਭਾਈ? ਕ੍ਰੋਧ, ਲੋਭ, ਮੋਹ, ਇਹ ਪੰਜੇ ਵਿਕਾਰ ਜਿਹੜੇ ਹੈਗੇ ਆ, ਪੰਜ ਦੂਤ ਉਦਬਸ ਕੀਤੇ ਸੁਪਰੀਮ, ਇਹ ਸਾਨੂੰ ਤੰਗ ਕਰਦੇ ਨੇ। ਇਹੀ ਤਾਂ ਆਪਾਂ ਭਗਤੀ ਕਰਨੀ ਸੀ, ਇੱਥੋਂ ਹੀ ਕਰਾਹੇ ਪੈ ਗਏ। ਆਪਾਂ ਤਾਂ ਮਾਇਆ ਦੀ ਅਰਦਾਸ ਕਰਨ ਲੱਗ ਗਏ। ਉਹ ਭਾਈ ਗੁਰੂ ਘਰ ਜਾ ਕੇ ਬਾਣੀ ਸੁਣਨੀ ਹੈ, ਸਤਿਗੁਰਾਂ ਦੇ ਵਚਨ ਸੁਣਨੇ ਆ, ਗੁਰੂ ਵੱਡਾ ਹੁੰਦਾ, ਗੁਰਦਕਸ਼ਨਾ ਲੈਣੀ ਹੈ। ਅਸੀਂ ਤਾਂ ਉੱਥੋਂ ਕਰਾਹੇ ਪੈ ਗਏ। ਸਿਮਰਨਾ ਸੀ, ਭਾਵ ਇਹਨੂੰ ਸਮਝਣਾ ਸੀ। ਜਿਹੜਾ ਸਾਨੂੰ ਲੋਭ ਕਲੇਸ਼ ਦਿੰਦਾ ਹੈ, ਮੋਹ ਤੰਗ ਕਰਦਾ ਹੈ, ਇਹ ਤੋਂ ਤਾਂ ਛੁਟਕਾਰਾ ਪਾਉਣਾ ਸੀ ਆਪਾਂ। ਅੱਗੇ ਆਪਾਂ ਸਤਿਗੁਰਾਂ ਦੇ ਵਚਨ ਲੈ ਲੈਣੇ ਆ, ਸੁਖਮਨੀ ਸਾਹਿਬ ਦੇ ਸਲੋਕ ਲੈ ਲੈਣੇ ਆ। ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਹਿਆ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਇਹੀ ਤਾਂ ਆਪਾਂ ਕਿਰਪਾ ਰਹਿਮਤ ਲੈਣੀ ਸੀ ਭਾਈ। ਆਪਾਂ ਤਾਂ ਇੱਥੋਂ ਹੀ ਕਰਾਹੇ ਪੈ ਗਏ, ਤਾਈਓ ਤਾਂ ਆਪਣੇ ਕਲੇਸ਼ ਨਹੀਂ ਗਏ। ਜਿਹਦੇ ਕੋਲ ਆਪਾਂ ਕਲੇਸ਼ ਮਿਟਾਉਣ ਜਾਂਦੇ ਹਾਂ, ਜਿੱਥੋਂ ਆਪਾਂ ਇਹ ਦਵਾਈ ਲੈਣ ਜਾਂਦੇ ਹਾਂ ਵੀ ਸਾਡੇ ਕੰਮ ਨਹੀਂ ਚੱਲਦੇ, ਜਾਂ ਅਸੀਂ ਮਾਇਆ ਕਰਕੇ ਜਾਂਦੇ ਹਾਂ, ਜਾਂ ਦੁੱਖਾਂ ਕਰਕੇ ਜਾਂਦੇ ਹਾਂ, ਉੱਥੇ ਕਿਹਦਾ ਹੁਕਮ ਚੱਲਦਾ ਭਾਈ?
ਉਹਨੂੰ ਕਿਹਨੇ ਪੈਦਾ ਕੀਤਾ, ਪਰ ਸਾਨੂੰ ਗਿਆਨ ਹੀ ਨਹੀਂ ਹੈਗਾ। ਉਹ ਤਾਂ ਵੱਡਾ ਰੋਗੀ ਹੈ, ਵੈਦ ਮੂਆ, ਰੋਗੀ ਮੂਆ, ਮੂਆ ਸਭ ਸੰਸਾਰ, ਸਾਰੇ ਹੀ ਰੋਗੀ। ਸਤਿਗੁਰ ਤਾਂ ਐ ਸਮਝਾਉਂਦੇ ਨੇ ਬਈ ਹੁਣ ਤਾਂ ਵੱਡਾ, ਆਪਣੇ ਨੂੰ ਵੱਡਾ ਰੋਗ ਲੱਗਿਆ ਹੋਇਆ ਵਾ ਮਾਇਆ ਦਾ ਇਕੱਠੀ ਕਰਨ ਦਾ। ਨਹੀਂ ਭਾਈ, ਇਹ ਗਲਤੀ ਨਹੀਂ ਕਰਨੀ। ਤੈਨੂੰ ਤਾਂ ਆਪਾਂ ਕਿਰਾਏ ਪੈ ਗਏ, ਤੈਨੂੰ ਤਾਂ ਆਪਣਾ ਛੁਟਕਾਰਾ ਨਹੀਂ ਹੋ ਰਿਹਾ ਦੁੱਖਾਂ ਤੋਂ, ਆਪਾਂ ਸਮਝਣ 'ਚ ਚੁੱਕ ਗਏ। ਨਹੀਂ ਭਾਈ, ਆਓ ਦੁਬਾਰਾ ਫਿਰ ਆਪਾਂ ਪ੍ਰਾਪਤੀ ਕਰੀਏ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਤਿਗੁਰੂ ਸਮਝਾਉਂਦੇ ਆ ਭਾਈ, ਸਮਝ ਸਮਝ ਕੇ ਗੁਰੂ ਸ਼ਬਦ 'ਚੋਂ ਸਾਨੂੰ ਗਿਆਨ ਹੁੰਦਾ ਹੈ, ਬਾਣੀ 'ਚੋਂ, ਫਿਰ ਸਾਨੂੰ ਗੁਰਦੇਵ ਦੇ ਦਰਸ਼ਨ ਹੁੰਦੇ ਆ। ਆਤਮਾ ਪ੍ਰਾਤਮਾ ਦਾ ਦਰਸ਼ਨ ਕਰ ਲੈਂਦੀ ਹੈ, ਸੁੱਖਾਂ ਦੀ ਪ੍ਰਾਪਤੀ ਨੂੰ ਹੁੰਦੀ ਹੈ, ਦੇਵਲੋਕ ਚਲੀ ਜਾਂਦੀ ਹੈ, ਜਿਉਂਦੇ ਹੀ ਸਰੀਰ 'ਚ ਰਹਿੰਦੇ ਹੀ ਆਪਣੇ ਘਰ ਪਹੁੰਚ ਜਾਂਦੀ ਹੈ। ਜਿਹੜੀ ਕਲੇਸ਼ ਲੋਭ ਮੋਹ ਇਹ ਦਬ ਜਾਂਦੇ ਨੇ, ਇਹ ਹੁਕਮ 'ਚ ਆ ਜਾਂਦੇ ਨੇ। ਰਾਮ ਭਗਤ ਕੇ ਪਾਣੀ ਹਾਰ, ਜਗਤ ਪਾਸੋਂ ਲੇਤੇ ਡਾਂਡ। ਫਿਰ ਇਹ ਭਾਈ ਹੁਕਮ 'ਚ ਰਹਿੰਦੇ ਨੇ। ਜਦ ਤੱਕ ਅਸੀਂ ਗੁਰਦੇਵ ਨਾਲ ਹੀ ਨਹੀਂ ਜੁੜੇ ਹੈਗੇ, ਸੱਚ ਦਾ ਗਿਆਨ ਹੀ ਨਹੀਂ ਹੋਇਆ, ਸਾਨੂੰ ਕਿਵੇਂ ਸਾਰੀ ਖੇਡ ਸਮਝ ਆਊਗੀ ਇਹਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ, ਕਿੱਧਰੋਂ ਆ ਰਿਹਾ, ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾਂ ਜਗੰਤਰ, ਖਾਈ ਖਾਏ ਕਿੱਥੋਂ ਆ ਰਿਹਾ ਸਾਰਾ ਕੁਛ, ਸਾਨੂੰ ਗਿਆਨ ਹੀ ਨਹੀਂ ਹੈਗਾ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਵੀ ਅਗਨਤ ਭਰੇ ਭੰਡਾਰ। ਕਿੱਥੋਂ ਆ ਰਿਹਾ, ਸਾਨੂੰ ਤਾਂ ਗਿਆਨ ਹੀ ਨਹੀਂ ਹੈਗਾ। ਹੁਣ ਸਾਨੂੰ ਗਿਆਨ ਹੋਣਾ ਭਾਈ, ਸਭ ਤੋਂ ਪਹਿਲਾ ਪਦਾਰਥ ਹੈ ਆਪਣਾ ਗਿਆਨ। ਇਹ ਗਿਆਨ ਮਾਰਗ ਹੈ ਭਾਈ, ਗਿਆਨੀਆਂ ਦਾ ਮਾਰਗ ਹੈ। ਇਹ ਆਪਾਂ ਗਿਆਨ ਲੈਣਾ, ਇਹਦੀ ਖਾਤਰ ਤਾਂ ਆਪਾਂ ਨੂੰ ਮਨੁੱਖਾ ਦੇਹੀ ਮਿਲੀ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਓ। ਜੀ ਸਾਡੇ ਕਲੇਸ਼ ਨਹੀਂ ਜਾ ਰਹੇ, ਸਾਡੇ ਅੰਦਰ ਕਲਪਨਾ ਨਹੀਂ ਜਾ ਰਹੀ, ਸ਼ਾਂਤ ਨਹੀਂ ਹੋ ਰਹੇ ਮਨ ਬੁੱਧੀ, ਇਹਦਾ ਮਤਲਬ ਅਸੀਂ ਕੁਰਾਹੇ ਪੈ ਗਏ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਅਸੀਂ ਨਹੀਂ ਚੱਲੇ। ਨਹੀਂ ਭਾਈ, ਸੁਣੀਏ ਦੁੱਖ ਪਾਪ ਕਾ ਨਾਥ, ਜਪਜੀ ਸਾਹਿਬ ਸਤਿਗੁਰਾਂ ਦੇ ਬਚਨ। ਸੁਣਨੀ ਆ ਬਾਣੀ, ਵਿਚਾਰਨੀ ਆ, ਦੁੱਖ ਨਾ ਜਾਵੇ ਕਦੇ ਵੀ ਨਹੀਂ ਹੋ ਸਕਦਾ। ਬਾਣੀ ਸੱਚੀ, ਅਸੀਂ ਝੂਠੇ ਹੈ, ਝੂਠ ਹੈ ਸੰਸਾਰ, ਕੂੜ ਰਾਜਾ ਕੂੜ ਪਰਜਾ। ਅੱਗੇ ਸਤਿਗੁਰ ਕੀ ਸਮਝਾਉਂਦੇ, ਕਿਉਂ ਕਰਾਹੇ ਪੈ ਗਏ ਅਸੀਂ। ਸਿਮਰੋ ਜਾਸ ਬਿਸੰਬਰ ਏਕੇ, ਨਾਮ ਜਪਤ ਅਗਨਤ ਨੇਕੇ। ਆ ਗਿਆ ਨਾ, ਦੂਜੀ ਪੌੜੀ ਆ ਗਈ ਇਹ ਪਦੇ ਦੀ। ਅਸੀਂ ਜਸ ਕਿਹਦਾ ਕਰਨਾ ਹੈ ਭਾਈ, ਇਹ ਗੁਰਦੇਵ ਦਾ ਗਿਆਨ ਲੈ ਕੇ, ਸੱਚ ਦਾ ਗਿਆਨ ਲੈ ਕੇ ਆਤਮਾ ਨੇ ਪ੍ਰਾਤਮਾ ਦਾ ਦਰਸ਼ਨ ਕਰਨਾ, ਇਹ ਬਿਸੰਬਰ ਦਾ ਜਸ ਕਰਨਾ। ਅਸੀਂ ਕਿਸੇ ਬੰਦੇ ਦਾ ਨਹੀਂ ਕਰਨਾ ਹੈਗਾ, ਸਰੀਰ ਦਾ ਥੋੜ੍ਹੀ ਜਸ ਕਰੀਦਾ ਹੁੰਦਾ। ਬਿਸ਼ੰਬਰ ਕੌਣ ਹੁੰਦਾ, ਜਿਹਨੇ ਵਿਸ਼ਵ ਸਾਜਿਆ, ਸ੍ਰਿਸ਼ਟੀ ਦਾ ਮਾਲਕ, ਉਹ ਹੁਕਮ, ਉਹ ਨਾਮ, ਨਾਮੇ ਹੀ ਉਤਪਤ, ਨਾਮੇ ਹੀ ਪਰਲੋ। ਉਹੀ ਤਾਂ ਨਾਮ ਹੈ ਭਾਈ। ਅਨੇਕਾਂ ਵਿਧੀਆਂ ਨਾਮ ਲੈਣ ਦੀਆਂ ਸੰਸਾਰ 'ਚ ਹੈ, ਕਿਉਂ ਸਾਡੀ ਅਗਿਆਨਤਾ ਵਾ। ਬਹੁਤ ਵੱਡੀ ਸ਼ਕਤੀ ਹੈ ਇੱਕ ਨਾਮ, ਨਾਮੇ ਉਤਪਤ ਨਾਮੇ ਹੀ ਪਰਲੋ। ਉਹਦੀ ਆਪਾਂ ਪ੍ਰਾਪਤੀ ਕਰਨੀ ਆ, ਪਰ ਸਾਡਾ ਸੰਸਾਰ 'ਚੋਂ ਛੁਟਕਾਰਾ ਹੋਊ, ਫੇਰ ਹੀ ਇਹ ਪ੍ਰਾਪਤੀ ਹੋਣੀ ਹੈ ਸਾਨੂੰ। ਹਾਲੇ ਤਾਂ ਅੰਮ੍ਰਿਤ ਲੋਕ 'ਚ ਬੈਠੇ ਹਾਂ ਅਸੀਂ, ਸਰੀਰ ਕਰਕੇ ਪੂਰਨ ਹੋ ਜਾਂਦੇ ਹਾਂ, ਅਸੀਂ ਆਤਮਾ ਕਰਕੇ ਹੋਣਾ ਵਾ। ਸਿਮਰੋ ਜਾਸ ਬਿਸੰਬਰ ਏਕੇ, ਬਿਸੰਬਰ ਦਾ ਜਸ ਕਰਨਾ ਹੈ, ਸੱਚ ਦਾ ਗਿਆਨ ਲੈ ਕੇ। ਬਾਣੀ ਸਾਰੀ ਕਰਤੇ ਪੁਰਖ ਦਾ ਜਸ ਕਰਦੀ ਹੈ, ਪਰ ਅਸੀਂ ਤਾਂ ਆਪ ਦਾ ਹੀ ਕਰਾਉਣ ਲੱਗ ਜਾਂਦੇ ਹਾਂ। ਇਸ ਕਰਕੇ ਅਸੀਂ ਕੁਰਾਹੇ ਪੈ ਜਾਂਦੇ ਹਾਂ, ਤੇ ਸਾਨੂੰ ਦੁੱਖਾਂ ਤੋਂ ਛੁਟਕਾਰਾ ਨਹੀਂ ਮਿਲਦਾ ਹੈਗਾ। ਉਹੀ ਸਤਿਗੁਰ ਸਮਝਾਉਂਦੇ ਨੇ, ਸਿਮਰੋ ਜਾਸ ਬਿਸੰਬਰ ਏਕੇ, ਨਾਮ ਜਪਤ ਅਗਨਤ ਨੇਕੇ। ਨਾਮ ਤਾਂ ਭਾਈ ਬਹੁਤ ਤਰ੍ਹਾਂ ਦੇ ਲੋਕ ਜਪਦੇ ਨੇ, ਅਸੀਂ ਆਪਦੀ ਬੁੱਧ ਅਨੁਸਾਰ ਇਹਨੂੰ ਅਰਥਾਉਂਦੇ ਹਾਂ। ਬਾਣੀ ਨੂੰ ਕਦੇ ਵੀ ਨਹੀਂ ਹੋ ਸਕਦਾ। ਗੁਰਸਾਖੀ ਜੋਤ ਪ੍ਰਗਟ ਹੋਏ, ਬਾਣੀ ਦੀ ਸਿੱਖਿਆ ਲੈਂਦੇ ਰਹਿਣਾ, ਫਿਰ ਸਾਡੇ ਅੰਦਰ ਇਹ ਜੋਤ ਪ੍ਰਗਟ ਹੋਣੀ ਹੈ ਗਿਆਨ ਦੀ। ਉਹ ਗਿਆਨ ਨਾਲ ਇਹਦੇ ਬਾਣੀ ਅਰਥਾਈ ਜਾਣੀ ਹੈ। ਇਹ ਦੇਵ ਲੋਕ ਪਹੁੰਚਣਾ, ਆਪਾਂ ਉੱਥੋਂ ਵੀ ਇਹ ਬਾਣੀ ਉਚਾਰੀ ਜਾਂਦੀ ਹੈ, ਉੱਥੇ ਜਾ ਕੇ ਆਪਾਂ ਨੂੰ ਸਮਝ ਆਉਣੀ ਹੈ। ਜਦ ਤੱਕ ਸਾਡਾ ਸੰਸਾਰ 'ਚੋਂ ਛੁਟਕਾਰਾ ਨਹੀਂ ਹੋਇਆ, ਕਿਵੇਂ ਸਮਝ ਆ ਜੂ। ਉਹੀ ਸਤਿਗੁਰ ਸਮਝਾਉਂਦੇ, ਜਸ ਕਿਹਦਾ ਕਰਨਾ ਹੈ ਭਾਈ, ਬਿਸ਼ੰਬਰ ਦਾ, ਗੌੜ ਦਾ, ਅੱਲਾ ਦਾ, ਰਾਮ ਦਾ, ਆਪਦੇ ਮੂਲ ਦਾ, ਹਰ ਦਾ, ਅਨੇਕਾਂ ਰੂਪ ਨਾਮ ਦੇ ਕੇ ਸਮਝਾਇਆ ਗਿਆ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਵੇਦ ਪੁਰਾਣ ਸਿਮਰਤ ਸੁਧਾਖਰ ਕੀਨੇ, ਰਾਮ ਨਾਮ ਏਕ ਕਰ। ਜਿੰਨੇ ਵੀ ਸੰਸਾਰੀ ਧਾਰਮਿਕ ਗ੍ਰੰਥ ਨੇ ਸਾਰੇ, ਸਤਿਗੁਰ ਸਮਝਾਉਂਦੇ ਨੇ, ਸਾਰਿਆਂ ਨੂੰ ਬਾਚ ਕੇ ਅਸੀਂ ਸੋਧ ਕੇ ਤੁਹਾਨੂੰ ਇੱਕ ਰਾਮ ਨਾਮ ਦਾ ਜਹਾਜ਼ ਬਣਾਤਾ ਹੈ। ਆਤਮਾ ਨੇ ਪ੍ਰਾਤਮਾ 'ਚ ਲਏ ਹੋ ਜਾਣਾ। ਜਿਵੇਂ ਅਸੀਂ ਪਲੇਟਫਾਰਮ 'ਤੇ ਜਾ ਕੇ ਬਹਿਨੇ ਆ, ਇਹ ਸਰੀਰ ਇੱਕ ਪਲੇਟਫਾਰਮ ਆ, ਉੱਥੋਂ ਆਪਾਂ ਟ੍ਰੇਨ 'ਚ ਬਹਿ ਜਾਂਦੇ ਹਾਂ, ਪਰ ਹੁਣ ਟ੍ਰੇਨਾਂ ਲੰਘੀ ਜਾਂਦੀਆਂ। ਇਵੇਂ ਸਰੀਰ ਦੇ ਵਿੱਚ ਅਸੀਂ ਜੁੜੇ ਹੋਏ ਹਾਂ, ਮਾਇਆ ਜਾਨੂੰ ਸਮਾਂ ਜਾ ਰਿਹਾ, ਬਿਰਧ ਪਿਓ ਸੋਝੇ ਨਹੀਂ ਕਾਲ ਪਹੁੰਚੇ। ਹੁਣ ਫਿਰ ਕੀ ਕਰਾਂਗੇ ਭਾਈ, ਸਮਾਂ ਤਾਂ ਸਾਰਾ ਨਿਕਲ ਜਾਣਾ ਵਾ, ਪਰ ਜੇ ਇਹਨੂੰ ਸਮਝਾ ਵਿਚਾਰਾਂਗੇ, ਸਾਡਾ ਸੰਸਾਰ 'ਤੇ ਆਉਣਾ ਆਇਆ, ਸਫਲ ਹੋਣਾ ਵਾ। ਸਤਿਗੁਰ ਸਮਝਾਉਂਦੇ ਆ, ਵੇਦ ਪੁਰਾਣ ਸਿਮਰਤ ਸੁਧਾਖਰ ਕੀਨੇ, ਰਾਮ ਨਾਮ ਏਕ ਆਖਰ। ਇੱਕ ਰਾਮ ਨਾਮ ਦਾ ਇਹ ਸਾਰੇ ਸੋਧ ਕੇ ਪਿੱਛੇ ਤੋਂ ਗ੍ਰੰਥਾਂ ਦੇ ਜੋ ਵੀ ਕੁਦਰਤ ਨੂੰ, ਭਾਵ ਗੋਡ ਨੂੰ, ਅੱਲਾ ਨੂੰ ਨਾਮ ਦਿੱਤੇ ਗਏ ਆ, ਇਹ ਰਾਮ ਨਾਮ
ਆਪਾਂ ਨੂੰ ਬਣਾ ਕੇ ਦਿੱਤਾ ਸਤਿਗੁਰਾਂ ਨੇ। ਆਪਾਂ ਬਾਹਰ ਨਹੀਂ ਝਾਕਣਾ। ਜੇ ਬਾਹਰਲੇ ਅਸੀਂ ਧਿਆਨ ਲਾਵਾਂਗੇ ਫਿਰ ਇਹ ਪ੍ਰਾਪਤੀ ਨਹੀਂ ਹੋਣੀ। ਭਗਤ ਕਬੀਰ ਜੀ ਨੇ ਕਿਹਾ, ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਨੀ ਕਰਨਾ। ਬਸ ਇੱਧਰ ਹੀ ਧਿਆਨ ਰੱਖਣਾ। ਆਪਾਂ ਕਿਤੇ ਵੀ ਜਾਣਾ, ਗੁਰੂ ਘਰ ਜਾਣਾ, ਧਰਮ ਸਮਾਗਮ 'ਤੇ ਜਾਣਾ, ਕੀਰਤਨ ਦਰਬਾਰ ਜਾਣਾ, ਤਾਂ ਗੁਰੂ ਉਪਦੇਸ਼ ਕਰਨੀ ਧਿਆਨ ਰੱਖਣਾ ਵਾ, ਫਿਰ ਸਾਨੂੰ ਇਹ ਪ੍ਰਾਪਤੀ ਹੋਣੀ ਹੈ। ਕਿਨਕਾ ਇੱਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੇ। ਸਤਿਗੁਰ ਸਮਝਾਉਂਦੇ ਨੇ, ਕਿਣਕਾ ਮਾਤਰ ਵੀ ਜੀਵ ਨੂੰ ਇਹ 'ਚੋਂ ਗਿਆਨ ਹੋ ਜਾਵੇ, ਫਿਰ ਉਹਦੀ ਜਿਹੜੀ ਹੈਗੀ ਮਨ ਬੁੱਧੀ, ਉਹਦੀ ਅਵਸਥਾ ਬਾਰੇ, ਉਹ ਕੁਦਰਤੀ ਮਹਿਮਾ ਬਾਰੇ ਉਹੀ ਜਾਣਦਾ ਹੈ। ਇਹ ਮਾਰਗ ਐਸਾ ਹੈ, ਇਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈ। ਅੱਖਾਂ ਦਾ ਦਰਸ਼ਨ ਨਹੀਂ ਹੈਗਾ, ਇਹ ਕੰਨਾਂ ਦਾ ਨਹੀਂ ਸੁਣਿਆ ਜਾਣਾ, ਇਹ ਬਿਨ ਕੰਨੀ ਸੁਣਨਾ ਵਾ, ਬਿਨ ਅੱਖੀਂ ਦੇਖਣ ਵਾਲਾ ਮਾਰਗ ਹੈ। ਉਹ ਮਨ ਬੁੱਧੀ ਨੂੰ ਦਰਸ਼ਨ ਹੋਣਾ ਵਾ। ਕਹਿੰਦੇ ਸਤਿਗੁਰ ਸਮਝਾਉਂਦੇ, ਕਿਨਕਾ ਇੱਕ ਜਿਸ ਜੀਵ ਵਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਉਹ ਗੁਰਸਿੱਖ ਦਾ ਜੀਵਨ ਬਦਲ ਜਾਂਦਾ ਹੈ। ਕੋਈ ਵੀ ਹੋ ਸਕਦਾ, ਜੋ ਜੋ ਜਪੇ ਤਿਸ ਕੀ ਗਤ, ਉਹਦੀ ਗਤੀ ਹੋ ਜਾਂਦੀ ਹੈ। ਇਹੀ ਤਾਂ ਗਤੀ ਹੈ, ਬੁੱਧੀ ਦਾ ਵਿਕਾਸ ਹੋ ਜਾਣਾ ਹੈ। ਸਤਿਗੁਰ ਸਮਝਾਉਂਦੇ ਨੇ, ਕਿਉਂ ਵਰਨਾ ਕੋ ਉਪਦੇਸ਼ ਸਾਂਝਾ, ਸਾਂਝਾ ਉਪਦੇਸ਼ ਹੈ, ਆਤਮਿਕ ਉਪਦੇਸ਼ ਹੈ। ਆਪਾਂ ਇਹਦੇ ਧਾਰਨੀ ਬਣਨਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਕਾਂਖੀ ਏਕੇ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹ ਹੈ ਉਦਾਰੋ। ਸਤਿਗੁਰ ਸਮਝਾਉਂਦੇ ਨੇ, ਕਾਂਖੀ ਤੋਂ ਭਾਵ ਇੱਛਾਵਾਨ, ਸਾਨੂੰ ਇੱਕੇ ਆਪਦੇ ਦਰਸ਼ਨ ਦੀ ਭੁੱਖ ਰਹੇ। ਆਪਣਾ ਦਰਸ਼ਨ ਕਾਹਦਾ ਹੈ? ਆਪਣੇ ਮੂਲ ਦਾ, ਉਹ ਜੋ ਆਪਾਂ ਪਹਿਲਾਂ ਸਲੋਕ ਵਿਚਾਰਿਆ, ਆਦਿ ਗੁਰੇ ਦਾ, ਜੁਗਾਦ ਗੁਰੇ ਜਿਹਦੀ ਕਿਰਪਾ ਨਾਲ ਸਾਡਾ ਇਹ ਜੀਵਨ ਸ਼ੁਰੂ ਹੋਇਆ ਸਮਾਂ। ਸਤਿਗੁਰ ਨਵੇਂ ਸਤਿਗੁਰਾਂ ਦਾ ਦਰਸ਼ਨ ਕਰਨਾ ਅਸੀਂ ਭਾਈ। ਆਤਮਾ ਨੇ ਪਰਾਤਮਾ ਦਾ, ਉਹੀ ਤਾਂ ਹਰ ਹੈ, ਉਹੀ ਤਾਂ ਰਾਮ ਹੈ, ਉਹੀ ਤਾਂ ਗੋਬਿੰਦ ਹੈ। ਅੱਗੇ ਜਾ ਕੇ ਫਿਰ ਉਹਦੀ ਅਵਸਥਾ ਬਦਲ ਜਾਂਦੀ ਹੈ। ਗੁਰ ਪਰਮੇਸ਼ਰ ਇੱਕੋ ਜਾਣ। ਉਹ ਹੁਕਮ 'ਤੇ ਹੈ, ਅਸੀਂ ਹੁਕਮ ਤੋਂ ਬਾਹਰ ਹਾਂ। ਉਸ ਅਵਸਥਾ ਦੇ ਵਿੱਚ ਤਾਂ ਲਿਖਿਆ, ਹੁਕਮੇ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ, ਤਾਂ ਹਉਮੈ ਕਹੇ ਨਾ ਕੋਈ। ਜੇ ਹੁਕਮ ਨੂੰ ਬੁੱਝ ਲੈਣਾ, ਆਪਾਂ ਬਾਣੀ ਬੁੱਝਣ ਤਾਂ ਆਇਆ ਸੀਗਾ ਇਹ ਜੀਵ। ਕਹਾਂ ਬੁਝਾਰਤ ਬੁੱਝੇ ਡੋਰਾ, ਅੱਗੇ ਆਪਾਂ ਨੂੰ ਆ ਜਾਣਾ ਵਾ। ਪਿੱਛੇ ਵੀ ਆਪਾਂ ਸਤਿਗੁਰਾਂ ਨੇ ਸਮਝਾਇਆ, ਕਿਨਕਾ ਇੱਕ ਜੀਵ ਸਭ, ਜਦ ਤੱਕ ਸਾਡੇ ਅੰਦਰ ਹੀ ਨਹੀਂ ਬਸਦਾ ਇਹ। ਇੱਕ ਜਿਵੇਂ ਸਿੱਖਾਂ ਦੀ ਡੱਬੀ ਦੀ ਇੱਕ ਤਿੱਲੀ ਲੱਖਾਂ ਮਣੀ ਉਹਦੇ ਨੂੰ ਜਲਾ ਦਿੰਦੀ ਹੈ, ਇਵੇਂ ਜਿਹੜਾ ਨਾਮ ਦੀ ਕਣੀ ਹੈ, ਸੱਚ ਦਾ ਗਿਆਨ ਹੈ, ਸਾਡਾ ਜੀਵਨ ਬਦਲ ਦਿੰਦਾ ਹੈ। ਉਹ ਆਪਾਂ ਪਹਿਲਾਂ ਵੀ ਵਿਚਾਰਿਆ ਪਿੱਛੇ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ। ਕਿੰਨਾ ਵੀ ਮਨੁੱਖ ਬੁਰਾ ਹੋਵੇ, ਜੀਵਨ ਬਦਲ ਜਾਂਦਾ, ਉਹਦੇ ਸੰਸਕਾਰ ਬਦਲ ਜਾਂਦੇ, ਆਤਮਾ ਪ੍ਰਾਤਮਾ 'ਚ ਲੈਅ ਹੋ ਜਾਂਦੀ ਹੈ। ਹਰ ਦਾ ਆਪਦੇ ਮੂਲ ਦਾ ਦਰਸ਼ਨ ਕਰ ਲੈਂਦੀ ਹੈ। ਉਸ ਅਵਸਥਾ ਜਾ ਕੇ ਤਾਂ ਬਾਣੀ ਸਮਝ ਆਉਂਦੀ ਹੈ। ਉਸ ਅਵਸਥਾ 'ਚ ਜਾ ਕੇ ਹੀ ਹਰ ਦੇ ਗੁਣ ਗਾਏ ਜਾਂਦੇ ਆ। ਇਹ ਮ੍ਰਿਤ ਲੋਕ ਥੋੜ੍ਹੀ ਗਾਏ ਜਾਂਦੇ ਨੇ। ਹੁਣ ਅਸੀਂ ਤਾਂ ਮ੍ਰਿਤ ਲੋਕ ਦੇ ਵਾਸੀ ਹਾਂ, ਕਲਪਨਕ ਯੁੱਗ ਦੇ, ਪਰ ਅਸੀਂ ਫਿਰ ਵੀ ਆਪਦੇ ਆਪ ਨੂੰ ਪੂਰਨ ਮੰਨੀ ਬੈਠੇ ਹਾਂ। ਇਹੀ ਤਾਂ ਅਗਿਆਨਤਾ ਹੈ ਭਾਈ, ਉਹੀ ਤਾਂ ਕਾਲ ਹੈ। ਸਤਿਗੁਰਾਂ ਨੇ ਸਮਝਾਇਆ, ਕਾਂਖੀ ਏਖੇ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਦਾਰੋ। ਇਹ ਮੋਹ ਦਾ ਜਾਲ ਹੈ ਭਾਈ। ਆਪਦੀ ਮਤ ਨਾਲ ਆਪਾਂ ਇਹ ਪਾਰ ਨਹੀਂ ਕਰ ਸਕਦੇ। ਇਹਦੀ ਪ੍ਰਾਪਤੀ ਕਿਵੇਂ ਹੋਊਗੀ? ਗੁਰ ਸ਼ਬਦ 'ਚੋਂ ਆਪਾਂ ਨੂੰ ਗਿਆਨ ਹੋਊ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਤੋਂ ਬਿਨਾਂ, ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਹੀ ਨਹੀਂ ਟਿਕਣਾ। ਫਿਰ ਸਾਨੂੰ ਕਿਵੇਂ ਖੇਲ ਸਮਝ ਆਊਗੀ ਸਾਰੀ ਇਹ? ਉਹੀ ਤਾਂ ਆਪਾਂ ਸਮਝਣ ਆਏ ਸੀਗੇ। ਇਹ ਮੋਹ ਦਾ ਜਾਲ ਦਾ ਉਧਾਰ ਕਿਵੇਂ ਹੋਊਗਾ ਸਾਡਾ? ਇਹ ਤਾਂ ਮੋਹ ਦਾ ਉਧਾਰ ਦਾ ਸਾਡਾ ਜਾਲ ਕੱਟਿਆ ਜਾਊ ਭਾਈ। ਆਇਆ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੈ, ਲਾਲਚ ਬਿਰਥਾ ਜਨਮ ਪ੍ਰਾਣੀ। ਇਹ ਨਾਮ ਦੀ ਖਾਤਰ ਆਪਾਂ ਨੂੰ ਜੀਵਨ ਮਿਲਿਆ ਵਾ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਏ, ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਤਾਂ ਨਾਮ ਹੈ। ਅਸੀਂ ਸਰੀਰ ਦੀ ਖੁਰਾਕ ਨਾਲ ਜੋੜਤੀ, ਸਰੀਰ ਦੇ ਲੰਗਰ ਲਾਉਂਦੇ ਹਾਂ, ਭੰਡਾਰੇ ਕਰਦੇ ਹਾਂ, ਆਤਮਾ ਤਾਂ ਭੁੱਖੀ ਹੈ। ਨਾਮ ਤਤ ਸਭ ਹੀ ਸਿਰ ਜਾਪੇ, ਬਿਨ ਨਾਮੇ ਦੁੱਖ ਕਾਲ ਸੰਤਾਪੇ। ਜਿਹੜਾ ਕਾਲ ਦਾ ਦੁੱਖ, ਜੰਮਣ ਮਰਨ ਦਾ ਦੁੱਖ, ਔਖੀ ਘੜੀ ਸਾਡੇ 'ਤੇ ਆਉਂਦੀ ਹੈ, ਉਹ ਸਾਡੀ ਦਾ ਮੱਤ ਦਾ ਹੀ ਕਾਰਨ ਹੈ। ਆਪਦੀ ਮੱਤ ਨਾਲ ਅਸੀਂ ਕਦੇ ਵੀ ਪਾਰ ਨਹੀਂ ਨਿਕਲ ਸਕਦੇ। ਸਤਿਗੁਰ ਸਮਝਾਉਂਦੇ ਨੇ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕਿਉ ਨਾ ਕੋਈ। ਕੋਈ ਦੁੱਖਾਂ ਦਾ ਯਤਨ ਨਹੀਂ ਕਰਦਾ ਭਾਈ, ਦੁੱਖ ਫੇਰ ਵੀ ਆ ਜਾਂਦੇ ਨੇ। ਸਾਡੀ ਮਤ ਨਾਲ ਦੁੱਖ ਐਵੇਂ ਆਉਣਗੇ। ਸੁਣੀਏ ਦੁੱਖ ਪਾਪ ਕਾ ਨਾਸ, ਇਹਨੂੰ ਸੁਣਨਾ ਹੈ ਭਾਈ। ਸੁਣਨ 'ਚੋਂ ਆਪਾਂ ਨੂੰ ਗਿਆਨ ਪੈਦਾ ਹੋਊ, ਫਿਰ ਆਪਣਾ ਮਨ ਟਿਕੂ, ਫਿਰ ਆਪਾਂ ਨੂੰ ਸਮਝ ਆਉਣੀ ਹੈ। ਉਸ ਤੋਂ ਬਾਅਦ ਫਿਰ ਸਾਨੂੰ ਜਿਹੜਾ ਹੈਗਾ ਆਦਿ ਗੁਰੇ, ਉਹ ਗੁਰ ਦਾ ਦਰਸ਼ਨ ਹੋਣਾ ਹੈ, ਜਿਹਦੀ ਕਿਰਪਾ ਨਾਲ ਸਾਡਾ ਸਾਹ ਚੱਲਦਾ ਹੈ, ਸਾਡਾ ਜੀਵਨ ਚੱਲਦਾ ਹੈ। ਆਤਮਾ ਨੇ ਲੱਖਾਂ ਅਰਬਾਂ ਸਾਲ ਬਾਅਦ ਉਹਦਾ ਦਰਸ਼ਨ ਕਰਨਾ ਹੈ। ਉਸ ਤੋਂ ਬਾਅਦ ਫਿਰ ਸਾਨੂੰ ਹੁਕਮ ਦਾ ਦਰਸ਼ਨ ਹੁੰਦਾ ਹੈ, ਭਾਵ ਨਾਮ ਦੀ ਪ੍ਰਾਪਤੀ ਹੁੰਦੀ ਹੈ। ਉਹ ਆਪਾਂ ਅੱਗੇ ਵਿਚਾਰਾਂਗੇ।
ਸਤਿਗੁਰੂ ਸਮਝਾਇਆ ਕਾਂਖੀ ਏਕੇ ਦਰਸ ਤੁਹਾਰੋ ਨਾਨਕ ਗੁਣ ਸੰਗ ਮੋਹ ਧਾਰੋ। ਇੱਕ ਇੱਛਾ ਅੰਦਰ ਆਪਣੇ ਬਣੀ ਰਹੇ, ਆਪਦੇ ਮੂਲ ਦੀ ਉਹਦੀ ਆਪਾਂ ਪ੍ਰਾਪਤੀ ਕਰਨੀ ਹੈ। ਬਾਣੀ ਹਰ ਦਰਸ਼ਨ ਹੈ। ਇਹ ਕਥਾ ਆਪਾਂ ਸ਼ੁਰੂ ਕੀਤੀ ਹੈ। ਜਿੰਨੀ ਕੁਦਰਤ ਨੇ ਆਪਾਂ ਨੂੰ ਮੱਤ ਬਖਸ਼ੀ ਹੈ ਉਹਦੇ ਨਾਲ ਆਪਾਂ ਇਹਨੂੰ ਵਿਚਾਰਾਂਗੇ। ਆਪਾਂ ਕੁਦਰਤ ਤੋਂ ਰਹਿਮਤ ਲਵਾਂਗੇ। ਆਪਾਂ ਨੂੰ ਪ੍ਰਾਪਤੀ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਉਹੀ ਸਤਿਗੁਰਾਂ ਨੇ ਸਮਝਾਇਆ ਕਾਂਖੀ ਏਕੇ ਦਰਸ ਤੁਹਾਰੋ ਨਾਨਕ ਗੁਣ ਸੰਗ ਮੋਹ ਧਾਰੋ। ਇਹ ਮੋਹ ਦਾ ਜਾਲ ਕੱਟਣਾ ਭਾਈ, ਗੁਰ ਕੀ ਮਤ ਲੈ ਕੇ ਆਪਾਂ ਕੱਟਣਾ ਵਾ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਇੱਕ ਪਦਾ ਹੀ ਕੀਤਾ ਆਪਾਂ, ਦੂਸਰੇ ਜਿਹੜੇ 7 ਪਦੇ ਰਹਿ ਗਏ ਇਹ ਆਪਾਂ ਦੂਏ ਪਾਰਟ 'ਚ ਕਰਾਂਗੇ। ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਇਹਨੂੰ ਆਪਾਂ ਵਿਚਾਰਨਾ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਅਸੀਂ ਵੀ ਗੁਰ ਦਾ ਦਰਸ਼ਨ ਕਰੀਏ। ਪਰ ਇਹ ਭੁਲੇਖਾ ਨਹੀਂ ਰੱਖਣਾ, ਸਿੱਧਾ ਕੁਦਰਤ ਦਾ ਦਰਸ਼ਨ ਨਹੀਂ ਹੁੰਦਾ ਭਾਈ। ਜਿਵੇਂ ਪਿਛਲੀਆਂ ਮੱਤਾਂ ਦੱਸਦੀਆਂ ਆਈਆਂ ਨੇ ਪ੍ਰਚਲਿਤ, ਹਟ ਯੋਗ, ਤਪ ਯੋਗ, ਘਰ ਛੱਡ ਕੇ ਚਲੇ ਜਾਣਾ, ਉਹ 'ਚੋਂ ਕੁਛ ਨਹੀਂ ਪੈਦਾ ਹੁੰਦਾ, ਉਹ 'ਚੋਂ ਹੰਕਾਰ ਪੈਦਾ ਹੁੰਦਾ। ਤਾਂ ਇਸ ਕਰਕੇ ਤਾਂ ਆਪਾਂ ਨੂੰ ਜਿਹੜਾ ਹੈਗਾ ਵਾ ਕਾਲ ਦਾ ਦੁੱਖ ਝੱਲਣਾ ਪੈਂਦਾ। ਆਪਾਂ ਔਖੀ ਘੜੀ ਮਾਇਆ ਦੀ ਗਾਉਂਦੇ ਹਾਂ। ਔਖੀ ਘੜੀ ਤਾਂ ਆ ਰਹੀ ਹੈ ਭਾਈ, ਕਾਲ ਆ ਰਿਹਾ, ਤੁਹਾਡਾ ਸਮਾਂ ਨੇੜੇ ਆ ਰਿਹਾ। ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਆਣ। ਭਗਤ ਕਬੀਰ ਜੀ ਸਮਝਾਉਂਦੇ ਆ ਜੀਵ ਜਾਗਦਾ ਤਾਂ ਹੈ, ਜਿਵੇਂ ਸੁਪਨਾ ਲੈ ਰਹੇ ਇਹਨੂੰ ਕੋਈ ਠਾਲ ਦੇਵੇ ਸਾਡਾ ਸੁਪਨਾ ਖੁੱਲ੍ਹ ਜਾਂਦਾ ਹੈ। ਇਵੇਂ ਜਦੋਂ ਇਹ ਸਰੀਰ 'ਚੋਂ ਕੱਢਦੇ ਨੇ ਫਿਰ ਇਹ ਸੁਪਨਾ ਬਣ ਜਾਂਦਾ ਹੈ। ਕਹੋ ਕਬੀਰ ਤਬ ਹੀ ਨਰ ਜਾਗੇ, ਜਮ ਕਾ ਡੰਡ ਮੂਡ ਮੇ ਲਾਗੇ। ਆਓ ਸਾਰੇ ਮਿਲ ਕੇ ਭਾਈ ਇਹਨੂੰ ਵਿਚਾਰੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਸੁੱਖਾਂ ਦੀ ਪ੍ਰਾਪਤੀ ਹੋਵੇ। ਸੁੱਖਾਂ ਦੀ ਮਨ 'ਚ ਸੁੱਖ ਪੈਦਾ ਕਰਨ ਵਾਲੀ, ਮਨ 'ਚ ਵਿਗਾਸ ਪੈਦਾ ਕਰਨ ਵਾਲੀ ਸਤਿਗੁਰਾਂ ਨੇ ਆਪਾਂ ਨੂੰ ਇਹ 24 ਅਸ਼ਟਪਦੀਆਂ ਦਿੱਤੀਆਂ। ਆਪਾਂ ਇਹਦੀ ਪ੍ਰਾਪਤੀ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।